ਸਿਆਸੀ ਬਦਲਾਖੋਰੀ ਹੈ। ਮੈਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀਗਾ ਜਿਸ ਦਿਨ ਅਰੈਸਟ ਹੋਈ ਕਿ ਜਿਹੜੀ ਲੜਾਈ ਹੈ ਇਹ ਕੋਈ ਸੌਖੀ ਲੜਾਈ ਕਦੀ ਵੀ ਸੌਖੀ ਨਹੀਂ ਹੁੰਦੀ ਸੀ। ਜਿਹੜਾ ਮੈਨੂੰ ਫਸਾਇਆ ਗਿਆ ਇਹ ਬੁੱਕਲ ਦੇ ਸੱਪ ਹੈਗੇ ਨੇ। ਇਹ ਬੁੱਕਲ ਦੇ ਸੱਪ ਹੈ ਕੌਣ ਨੇ? ਮੇਰੇ ਕੋਲ ਇਨਫੋਰਮੇਸ਼ਨ ਹੈ। ਜਿਸ ਦਿਨ ਮੇਰੇ ਕੋਲ ਐਵੀਡੈਂਸ ਆ ਗਿਆ ਕਲੀਅਰ, ਮੈਂ ਆਪਣੇ ਗੱਲ ਆਪਣੇ ਅੰਦਰ ਜ਼ਿਹਨ 'ਚ ਨਹੀਂ ਰੱਖ ਪਾਉਂਗਾ। ਸੁਖਪਾਲ ਸਿੰਘ ਖਹਿਰਾ ਹੋਣਾ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਤਾਂ ਕਹਿੰਦੇ ਇੰਨਾ ਸਮਾਂ ਕਿਉਂ ਲੱਗ ਰਿਹਾ ਜੀ? ਤੇ ਹਲਕੇ 'ਚ ਵਿਚਰਦੇ ਹੋ, ਜਿਹੜੇ ਚੰਗੇ ਕੰਮ ਕੀਤੇ ਨੇ ਉਹ ਵੀ ਲੋਕ ਤੁਹਾਨੂੰ ਦੱਸਣਗੇ ਤੁਹਾਡੇ ਫਾਦਰ ਹੋਣਾ ਨੇ ਇਹ ਕੰਮ ਕੀਤੇ ਨੇ, ਜਿਹੜੇ ਕੰਮ ਨਹੀਂ ਕੀਤੇ ਉਹ ਵੀ ਲੋਕ ਦੱਸਣਗੇ। ਫਾਦਰ ਹੋਣਾ ਦੀਆਂ ਸ਼ਿਕਾਇਤਾਂ ਤੁਹਾਨੂੰ ਮਿਲਦੀਆਂ ਨੇ? ਜਦੋਂ ਲੋਕ ਇੰਨੇ ਅੱਛੇ ਨੇ, ਇੰਨੇ ਸਮਝਦਾਰ ਨੇ ਕਿ ਮੈਨੂੰ ਆਪਣਾ ਗਿਲਾ ਨਹੀਂ ਸੁਣਾਉਂਦੇ। ਮੈਨੂੰ ਆਪਣਾ ਨਿਸ਼ਾਨਾ ਆਪਣੀ ਫਾਈਟ ਜੋ ਬਹੁਤ ਕਲੀਅਰ ਦਿਸ ਰਹੀ ਹੈ। ਬੀਪੀ ਜੀ ਰਾਣੇ ਹੋਣੀ ਹੈ, ਮੈਨੂੰ ਕੋਈ ਵੀ ਨਹੀਂ ਦਿਸਦੇ ਨਹੀਂ। ਗੁਰਜੀਤ ਹੋਣਾ ਦੇ ਖਿਲਾਫ ਵੀ ਤੁਸੀਂ ਪਿਛਲੇ ਦਿਨੀ ਇੱਕ ਚਿੱਠੀ ਲਿਖੀ 4 ਵਿਧਾਇਕਾਂ ਨੂੰ ਮਿਲ ਕੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਏ। ਉਹ ਇਸ ਚਿੱਠੀ ਤੇ ਤੰਜ ਕੱਸਦੇ ਨੇ, ਕਹਿੰਦੇ ਨੇ ਕਿ ਹੁਣ ਜੇਲ੍ਹ 'ਚ ਬੈਠੇ ਲੋਕ ਸਾਨੂੰ ਦੱਸਣਗੇ ਕਿ ਪਾਰਟੀ 'ਚੋਂ ਬਾਹਰ ਕੱਢਣਾ ਚਾਹੀਦਾ। ਚੋਰੀ ਦੇ ਬੜੇ ਵੱਡੇ ਇਲਜ਼ਾਮ ਨੇ, ਅਕਸਰ ਚੋਰ ਕਹਿੰਦੇ ਨੇ ਉਹਨਾਂ ਨੂੰ। ਸੁਖਪਾਲ ਸਿੰਘ ਖਹਿਰਾ ਹੋਣਾ ਦੇ ਬੜੇ ਮਤਭੇਦ ਰਹੇ ਨੇ ਭਗਵੰਤ ਮਾਨ ਹੋਣਾ ਦੇ ਨਾਲ ਵੀ। ਕੀ ਲੱਗਦਾ, ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਆਲ ਓਵਰ ਪੰਜਾਬ ਦੇ ਵਿੱਚ ਰਾਈਜ਼ ਕਰੂਗੀ ਭਗਵੰਤ ਮਾਨ ਦੇ ਸੀਐਮ ਫੇਸ ਹੋਣ ਦੇ ਨਾਲ? ਭਗਵੰਤ ਮਾਨ ਵਿੱਚ ਉਹ ਕੈਲੀਬਰ ਨਹੀਂ ਹੈ ਸਰ। ਕਿਸੇ ਨੂੰ ਇੱਕ ਸੀਐਮ ਫੇਸ ਬਣਾਉਣਾ ਮਜਬੂਰੀ ਵਿੱਚ ਉਹਨਾਂ ਨੇ ਐਲਾਨਿਆ, ਉਹ ਹੋ ਸਕਦਾ। ਕਾਂਗਰਸ ਪਾਰਟੀ ਨੇ ਇਸ ਵਾਰ ਭਲੱਥ ਹਲਕੇ ਤੋਂ ਜੇਲ੍ਹ 'ਚ ਬੈਠੇ ਸੁਖਪਾਲ ਸਿੰਘ ਖਹਿਰਾ ਹੋਣਾ ਤੇ ਦਾ ਖੇਡਿਆ, ਪਰ ਸੁਖਪਾਲ ਸਿੰਘ ਖਹਿਰਾ ਹੋਣਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਬੀਤੇ ਦਿਨ ਈਡੀ ਦੇ ਵੱਲੋਂ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ। ਅਜਿਹੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਣਾ ਦਾ ਪਰਿਵਾਰ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟਿਆ ਹੋਇਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਮੇਰੇ ਨਾਲ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਮੌਜੂਦ ਹੈਗੇ ਨੇ, ਲਗਾਤਾਰ ਪ੍ਰਚਾਰ ਕਰ ਰਹੇ ਨੇ। ਇਸ ਸਮੇਂ ਵੀ ਇੱਕ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪ੍ਰਚਾਰ ਕਰਨ ਦੇ ਲਈ ਜੁਟੇ ਹੋਏ ਨੇ। ਖਹਿਰਾ ਸਾਹਿਬ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਦੇਖ ਰਹੇ ਹੋ? ਸਮਾਂ ਬਹੁਤ ਘੱਟ ਰਹਿ ਗਿਆ ਪਰ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ। ਸਰ, ਇਹ ਲੜਾਈ ਕਦੀ ਵੀ ਸੌਖੀ ਨਹੀਂ ਹੋਣ ਵਾਲੀ ਸੀ। ਜਿਸ ਮਕਸਦ ਲਈ ਮੇਰੇ ਫਾਦਰ ਨੂੰ ਅਰੈਸਟ ਕੀਤਾ ਗਿਆ ਔਰ ਟਾਈਮਿੰਗ ਉਸ ਅਰੈਸਟ ਦੀ ਤੁਸੀਂ ਦੇਖੋ। ਸਾਡੇ ਘਰ ਜੋ ਰੇਡ ਕੀਤੀ ਗਈ ਸੀ ਉਹ 9 ਮਾਰਚ ਨੂੰ ਰੇਡ ਕੀਤੀ ਗਈ ਸੀ। ਕੋਈ ਰਿਕਵਰੀ ਨਹੀਂ ਸੀ। 6 ਮਹੀਨੇ ਸਾਨੂੰ ਸਮਨ ਕੀਤਾ ਗਿਆ, ਅਸੀਂ ਜਾਂਦੇ ਰਹੇ। ਕਈ ਵਾਰ ਤਾਂ ਐਸੇ ਹੋਇਆ ਕਿ ਜਿੱਦਾਂ ਫੋਰ ਐਗਜ਼ਾਮਪਲ 11 ਨਵੰਬਰ ਨੂੰ ਮੇਰੇ ਫਾਦਰ ਦੀ ਅਰੈਸਟ ਹੋਈ। ਤੁਸੀਂ ਜੇ ਰਿਕਾਰਡ ਕਢਾ ਕੇ ਚੈੱਕ ਕਰਾਓਗੇ ਤਾਂ 11 ਨਵੰਬਰ ਦਾ ਕੋਈ ਸਮਨ ਨਹੀਂ ਸੀ। ਇਟ ਇਜ਼ 10 ਨਵੰਬਰ ਨੂੰ ਉਹਨਾਂ ਨੂੰ ਸਮਨ ਕੀਤਾ ਗਿਆ ਸੀ। 11 ਨਵੰਬਰ ਨੂੰ ਆਪਣੇ ਆਪ ਮਰਜ਼ੀ ਨਾਲ ਗਏ, ਉੱਥੇ ਜਾ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸੋ ਸਿਆਸੀ ਬਦਲਾਖੋਰੀ ਹੈ। ਮੈਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀਗਾ ਜਿਸ ਦਿਨ ਅਰੈਸਟ ਹੋਈ ਕਿ ਜਿਹੜੀ ਲੜਾਈ ਹੈ ਇਹ ਕੋਈ ਸੌਖੀ ਲੜਾਈ ਕਦੀ ਵੀ ਸੌਖੀ ਨਹੀਂ ਹੁੰਦੀ ਸਰ। ਅੱਛਾ, ਹੁਣ ਲਗਾਤਾਰ ਪ੍ਰਚਾਰ ਕਰ ਰਹੇ ਹੋ, ਹਲਕੇ ਦਾ ਮਾਹੌਲ ਕੀ ਨਜ਼ਰ ਆ ਰਿਹਾ? ਹਲਕੇ ਵਿੱਚ ਇੱਕ ਗੱਲ ਦਾ ਮੈਨੂੰ ਯਕੀਨ ਹੈ ਕਿ ਜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਪੂਰਾ ਹਲਕਾ ਇਸ ਗੱਲ ਦਾ ਮੈਨੂੰ ਯਕੀਨ ਦਿਵਾਉਂਦਾ ਔਰ ਆਪ ਵੀ ਸਾਰੇ ਜਾਣੇ ਮਹਿਸੂਸ ਕਰਦੇ ਨੇ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਧੱਕਾ ਹੋਇਆ। ਮੇਰੇ ਫਾਦਰ ਕਰੂਸੇਡਰ ਨੇ, ਵਿਸਲ ਬਲੋਅਰ ਨੇ, ਹੱਕਾਂ ਤੇ ਸੱਚਾਂ ਦੀ, ਨੌਜਵਾਨਾਂ ਦੀ, ਰੇਤਾ ਦੇ ਖਿਲਾਫ, ਆਬੋ ਹਵਾ ਦੀ, ਪਾਣੀਆਂ ਦੀ ਕਈ ਲੜਾਈਆਂ, ਅਨੇਕੋ ਲੜਾਈਆਂ ਲੜਦੇ ਆ ਰਹੇ ਨੇ। ਔਰ ਇਸ ਗੱਲ ਨੂੰ ਮੈਂ ਤਾਂ ਇਸ ਗੱਲ ਨੂੰ ਦੇਖਦਾ ਇੱਥੇ ਹਲਕੇ ਵਾਲੇ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਗੱਲ ਨੂੰ ਪਹਿਚਾਨਦੇ ਨੇ। ਅੱਛਾ, ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ, ਦਿੱਕਤਾਂ ਕੀ ਫੇਸ ਕਰਨੀਆਂ ਪੈ ਰਹੀਆਂ ਨੇ? ਦਿੱਕਤਾਂ ਸਿਰਫ ਸਰ, ਜੇ ਮੈਂ ਇਹ ਕਹਾਂ ਕਿ ਉਹਨਾਂ ਦੀ ਗੈਰ ਹਾਜ਼ਰੀ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ, ਉਹ ਤਾਂ ਝੂਠ ਹੋਊਗਾ। ਉਹਨਾਂ ਦੀ ਗੈਰ ਹਾਜ਼ਰੀ ਹੀ ਸਭ ਤੋਂ ਵੱਡੀ ਦਿੱਕਤ ਹੈ। ਉਸ ਤੋਂ ਇਲਾਵਾ ਜਿੱਦਾਂ ਮੈਂ ਤੁਹਾਨੂੰ ਦੱਸਿਆ, ਮੈਨੂੰ ਪਿੰਡ ਬੜਾ ਮਾਣ ਸਤਿਕਾਰ ਮਿਲ ਰਿਹਾ। ਹਾਲਾਂਕਿ ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ ਕੁਝ ਕੀਤਾ ਨਹੀਂ ਹੈ, ਪਰ ਸਿਰਫ ਕਿ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ, ਅੱਜ ਮੈਨੂੰ ਵੱਡੇ ਬਜ਼ੁਰਗ ਮੈਨੂੰ ਆਸ਼ੀਰਵਾਦ ਦਿੰਦੇ ਨੇ, ਥਾਪੀਆਂ ਦਿੰਦੇ ਨੇ ਕਿ ਤੂੰ ਲੜਾਈ ਲੜ, ਅਸੀਂ ਤੇਰੇ ਨਾਲ। ਅੱਛਾ, ਬੜਾ ਘੱਟ ਸਮਾਂ ਤੁਹਾਨੂੰ ਵੀ ਮਿਲਿਆ ਕਿਉਂਕਿ ਪਹਿਲਾਂ ਤੁਸੀਂ ਘੱਟ ਨਜ਼ਰ ਆਉਂਦੇ ਰਹੇ ਹੋ ਪ੍ਰਚਾਰ ਦੇ ਵਿੱਚ। ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਭਲੱਥ ਹਲਕੇ ਦੇ ਵਿੱਚ? ਅਕਾਲੀ ਦਲ ਨਾਲ ਮੁਕਾਬਲਾ ਜਾਂ ਆਮ ਆਦਮੀ ਪਾਰਟੀ ਨਾਲ? ਨਹੀਂ, ਆਮ ਆਦਮੀ ਪਾਰਟੀ ਦਾ ਕਿਤੇ ਵੀ ਨਹੀਂ ਹੈ ਇੱਥੇ। ਮੇਰੀ ਆਪਣੀ ਰਾਏ ਹੈ। ਸਾਡਾ ਮੁਕਾਬਲਾ ਸਾਡੀ ਪਿਛਲੀ ਇਲੈਕਸ਼ਨ ਦੇ ਨਾਲ ਹੈ। ਸਾਡੀਆਂ ਜਿੰਨੀਆਂ ਵੋਟਾਂ ਸੀ ਅਸੀਂ ਉਹਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ। ਸਾਡੀ ਟੱਕਰ ਕਿਸੇ ਨਾਲ ਲੱਗਦਾ ਨਹੀਂ ਇਸ ਚੀਜ਼ ਦਾ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਗੈਰ ਮੌਜੂਦਗੀ ਦਾ ਵਿਰੋਧੀਆਂ ਨੂੰ ਕੋਈ ਫਾਇਦਾ ਹੋਏਗਾ? ਇਹ ਸੋਚਦੇ ਸੀ ਜਿਹਨੇ ਵੀ ਕੋਈ ਇਹ ਸ਼ਰਾਰਤ ਕੀਤੀ ਹੈ, ਕਿਉਂਕਿ ਮੈਨੂੰ ਯਕੀਨ ਹੈ ਕਿ ਕਿਸੇ ਦੀ ਸ਼ਰਾਰਤ ਹੈ। ਵਿਰੋਧੀਆਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਹ ਸੋਚਦੇ ਜ਼ਰੂਰ ਸੀਗੇ ਕਿ ਇਹਦਾ ਨੁਕਸਾਨ ਹੋਊਗਾ। ਹੁਣ ਇਹ ਤਾਂ 10 ਮਾਰਚ ਨੂੰ ਪਤਾ ਚੱਲੂਗਾ ਕਿ ਇਹਦਾ ਨੁਕਸਾਨ ਹੈ ਕਿ ਫਾਇਦਾ। ਖਹਿਰਾ ਸਾਹਿਬ, ਜਦੋਂ ਖਹਿਰਾ ਹੁਣੀ ਵੀ ਬਾਹਰ ਆਏ ਨੇ ਉੱਥੇ ਤਾਂ ਉਹਨਾਂ ਨੇ ਵੀ ਉਦੋਂ ਵੀ ਆ ਕੇ ਗੱਲਬਾਤ ਕੀਤੀ, ਕਹਿੰਦੇ ਜਿਹੜਾ ਮੈਨੂੰ ਫਸਾਇਆ ਗਿਆ ਇਹ ਬੁੱਕਲ ਦੇ ਸੱਪ ਹੈਗੇ ਨੇ। ਇਹ ਬੁੱਕਲ ਦੇ ਸੱਪ ਹੈ ਕੌਣ ਨੇ? ਬੜੀ ਜਲਦ
ਮੇਰੇ ਕੋਲ ਜਿਸ ਦਿਨ ਐਵੀਡੈਂਸ, ਮੇਰੇ ਕੋਲ ਇਨਫੋਰਮੇਸ਼ਨ ਹੈ, ਜਿਸ ਦਿਨ ਮੇਰੇ ਕੋਲ ਐਵੀਡੈਂਸ ਆ ਗਿਆ ਕਲੀਅਰ, ਮੈਂ ਆਪਣੇ ਗੱਲ ਆਪਣੇ ਅੰਦਰ ਜ਼ਿਹਨ 'ਚ ਨਹੀਂ ਰੱਖ ਪਾਊਂਗਾ, ਤੁਹਾਡੇ ਸਾਹਮਣੇ ਮੈਂ ਪੇਸ਼ ਕਰੂੰਗਾ। ਲੱਗਦਾ ਨਹੀਂ ਕਿ ਇਹ ਚੀਜ਼ਾਂ ਜੇਕਰ ਇਦਾਂ ਹੀ ਰਹਿ ਗਈਆਂ ਤਾਂ ਇਹਦਾ ਨੁਕਸਾਨ ਤੁਹਾਨੂੰ ਝੇਲਣਾ ਪਏਗਾ, ਕਿਉਂਕਿ ਇੱਕ ਮੈਸੇਜ ਇਹ ਜਾਂਦਾ ਕਹਿੰਦੇ ਨੇ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਤਾਂ ਕਹਿੰਦੇ ਇੰਨਾ ਸਮਾਂ ਕਿਉਂ ਲੱਗ ਰਿਹਾ ਜੇਲ੍ਹ 'ਚ? ਕਿਉਂਕਿ ਮੈਂ ਤੁਹਾਨੂੰ ਦੱਸਦਾ ਸਰ, ਬੜੀ ਸਿੰਪਲ ਜੀ ਗੱਲ ਹੈ, ਜੋ ਦ ਵੀਲਸ ਆਫ ਜਸਟਿਸ ਮੂਵ ਵੈਰੀ ਸਲੋਲੀ ਇਨ ਇੰਡੀਆ। ਜਦੋਂ ਇੱਕ ਵਾਰ ਤੁਸੀਂ ਸਿਸਟਮ ਵਿੱਚ ਫਸ ਗਏ, ਕਦੀ ਤਰੀਕਾਂ, ਕਦੀ ਹੁਣ ਜਿੱਦਾਂ ਸਾਡੀ ਬਹਿਸ ਹੋ ਚੁੱਕੀ ਹੈ, 19 ਤਰੀਕ ਦੀ ਸਾਡੀ ਬਹਿਸ ਹੋ ਚੁੱਕੀ ਹੈ, ਜੱਜ ਸਾਹਿਬ ਨੇ ਆਰਡਰ ਰਿਜ਼ਰਵ ਕੀਤਾ ਹੋਇਆ, ਹੁਣ ਉਹਨਾਂ ਦੀ ਅਸੀਂ ਵੇਟ ਕਰ ਰਹੇ, ਉਡੀਕ ਕਰ ਰਹੇ ਕਦੋਂ ਆਪਣਾ ਦੱਸਦੇ। ਜਿੱਥੇ ਤੱਕ ਸਾਡੇ ਤੇ ਇਲਜ਼ਾਮ ਨੇ, 9 ਮਾਰਚ ਨੂੰ ਜਦ ਸਾਡੇ ਤੇ ਛਾਪਾਮਾਰੀ ਕੀਤੀ ਗਈ, ਰੇਡ ਕੀਤਾ ਗਿਆ, ਉਦੋਂ 3 ਵੱਡੇ ਇਲਜ਼ਾਮ ਸਾਹਮਣੇ ਆਏ ਸੀ। ਫੋਰਨ ਫੰਡਿੰਗ, ਫੇਕ ਪਾਸਪੋਰਟ ਤੇ ਇੱਕ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਡਰੱਗ ਕਿੰਗਪਿਨ ਹੈ। ਅੱਜ ਚਲਾਨ ਦੀ ਕਾਪੀ ਤੁਸੀਂ ਵੀ, ਮੈਂ ਤੁਹਾਨੂੰ ਪੜ੍ਹਾ ਵੀ ਦਊਂਗਾ। ਇਹ ਤਿੰਨੋਂ ਇਲਜ਼ਾਮ ਜਿਹੜੇ ਨੇ ਇਹ ਸਾਡੇ ਤੇ ਲਾਏ ਨਹੀਂ ਗਏ। ਅੱਜ ਸਾਡੇ ਤੇ ਸਿਰਫ ਇੱਕ ਮੋਟਾ ਇਲਜ਼ਾਮ ਹੈ ਕਿ ਤੁਹਾਡੀ ਆਮਦਨ ਇੰਨੀ ਹੈ, ਤੁਹਾਡਾ ਖਰਚਾ ਇੰਨਾ ਹੈ, ਤੇ ਡਿਫਰੈਂਸ ਜਿਹੜਾ ਹੈ ਉਹ ਸਾਰਾ ਡਰੱਗ ਮਨੀ ਹੈ। ਉਹ ਕਿੱਦਾਂ ਸਾਨੂੰ ਲਿੰਕ ਕਰਦੇ ਨੇ, ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ। ਇਹੀ ਡਿਫਰੈਂਸ ਹੈ। ਇਹ ਡਿਫਰੈਂਸ ਕਵਰ ਕਿਉਂ ਨਹੀਂ ਹੋ ਰਿਹਾ? ਇਹ ਜੋ ਡਿਫਰੈਂਸ ਹੈ ਟ੍ਰਾਇਲ ਵਿੱਚ ਕਵਰ ਹੋਊਗਾ ਨਾ ਸਰ। ਸਾਡੇ ਕੋਲ ਜਦ ਸਾਨੂੰ ਇਹ ਸਮਨ ਕਰਦੇ ਸੀ, ਸਾਨੂੰ ਬੁਲਾਉਂਦੇ ਸੀ, ਅਸੀਂ ਇਸ ਡਿਫਰੈਂਸ ਨੂੰ ਐਕਸਪਲੇਨ ਕਰ ਚੁੱਕੇ ਹਾਂ। ਫੋਰ ਐਗਜ਼ਾਮਪਲ 3 ਕਰੋੜ ਕੁਛ ਦਾ ਜੇ ਫਰਕ ਦੱਸਦੇ ਆ, 2 ਕਰੋੜ ਦੀਆਂ ਤਾਂ ਵੱਡੀਆਂ ਲਿਮਟਾਂ ਨੇ। ਜਿਹੜਾ ਸਾਡੇ ਕਰੀਬਨ 50 ਕਿੱਲੇ ਜੋ ਜ਼ਮੀਨ ਹੈ ਮੇਰੇ ਨਾਮ ਤੇ, ਮੇਰੇ ਮਦਰ ਦੇ ਨਾਮ ਤੇ ਔਰ ਮੇਰੇ ਫਾਦਰ ਦੇ ਨਾਮ ਤੇ, ਉਹਨਾਂ ਦੀ ਜਿਹੜਾ ਠੇਕਾ ਆਉਂਦਾ ਰਿਹਾ ਉਹਨੂੰ ਅੰਡਰ ਕੈਲਕੂਲੇਟ ਕਰਦੇ ਰਹੇ ਨੇ। ਹੁਣ ਅਸੀਂ ਤਾਂ ਜਿਸ ਦਿਨ ਟ੍ਰਾਇਲ ਹੋਊਗਾ ਉਸ ਦਿਨ ਜਾ ਕੇ ਦੱਸਾਂਗੇ ਨਾ ਇਹਨਾਂ ਗੱਲਾਂ ਨੂੰ। ਆਮ ਤੌਰ ਤੇ ਹਲਕੇ 'ਚ ਵਿਚਰਦੇ ਹੋ, ਜਿਹੜੇ ਚੰਗੇ ਕੰਮ ਕੀਤੇ ਨੇ ਉਹ ਵੀ ਲੋਕ ਤੁਹਾਨੂੰ ਦੱਸਣਗੇ, ਤੁਹਾਡੇ ਫਾਦਰ ਹੋਣਾ ਨੇ ਇਹ ਕੰਮ ਕੀਤੇ ਨੇ। ਜਿਹੜੇ ਕੰਮ ਨਹੀਂ ਕੀਤੇ ਉਹ ਵੀ ਲੋਕ ਦੱਸਣਗੇ। ਫਾਦਰ ਹੋਣਾ ਦੀਆਂ ਸ਼ਿਕਾਇਤਾਂ ਤੁਹਾਨੂੰ ਮਿਲਦੀਆਂ ਨੇ? ਨਹੀਂ, ਸ਼ਿਕਾਇਤਾਂ ਨਹੀਂ, ਬਟ ਆਫ ਕੋਰਸ, ਕਿਉਂਕਿ ਸਰ ਇਲਾਕਾ ਐਡਾ ਵੱਡਾ ਹੈ, ਤੁਸੀਂ ਜ਼ਿੰਦਗੀ ਵਿੱਚ ਹਰ ਇੱਕ ਕੰਮ ਨਹੀਂ ਕਰ ਸਕਦੇ, ਹਰ ਇੱਕ ਨੂੰ ਖੁਸ਼ ਨਹੀਂ ਰੱਖ ਸਕਦੇ, ਕਈ ਗਿਲੇ ਹੁੰਦੇ ਨੇ। ਬਟ ਮੈਂ ਤੁਹਾਨੂੰ ਦੱਸਾਂ, ਅੱਜ ਜਿਹੜੀ ਸੰਕਟ ਵਿੱਚ ਮੈਂ, ਇੱਥੋਂ ਤੋਂ ਲੋਕ ਇੰਨੇ ਅੱਛੇ ਨੇ, ਇੰਨੇ ਸਮਝਦਾਰ ਨੇ ਕਿ ਮੈਨੂੰ ਆਪਣਾ ਗਿਲਾ ਨਹੀਂ ਸੁਣਾਉਂਦੇ। ਉਹ ਮੈਨੂੰ ਦੱਸਦੇ ਨੇ ਕਿ ਚਲੋ ਟਾਈਮ ਆਊਗਾ ਤੁਹਾਡੇ ਫਾਦਰ ਨੂੰ ਦੱਸਾਂਗੇ, ਪਰ ਮੇਰੇ ਨਾਲ ਕਿਸੇ ਦਾ ਕੋਈ ਗਿਲਾ ਨਹੀਂ। ਕਿਉਂਕਿ ਆਮ ਤੌਰ ਤੇ ਬੱਚਿਆਂ ਦੀਆਂ ਸ਼ਿਕਾਇਤਾਂ ਫਾਦਰ ਨੂੰ ਸੁਣਨ ਨੂੰ ਮਿਲਦੀਆਂ ਨੇ, ਕਦੇ ਫਾਦਰ ਦੀਆਂ ਸ਼ਿਕਾਇਤਾਂ ਬੱਚਿਆਂ ਨੂੰ, ਮੈਂ ਤਾਂ ਸਵਾਲ ਕੀਤਾ ਹੈ। ਨਹੀਂ, ਅਸੀਂ ਕੋਈ। ਅੱਛਾ, ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਮੁਕਾਬਲਾ ਇਸ ਵਾਰ ਜਿਹੜਾ ਉਹ ਸਾਡੇ ਪੱਲੜੇ ਦੇ ਵਿੱਚ ਜ਼ਿਆਦਾ ਭਾਰੀ ਹੈ। ਕਹਿੰਦੇ ਨੇ ਕਿ ਮੈਂ ਤਾਂ ਅਰਦਾਸ ਕਰਦੀ ਸੁਖਪਾਲ ਸਿੰਘ ਖਹਿਰਾ ਕਹਿੰਦੇ ਜਲਦੀ ਬਾਹਰ ਆ ਜਾਣ, ਕੱਲ ਨੂੰ ਇਹ ਨਾ ਬਹਾਨਾ ਮਿਲੇ ਕਿ ਚੋਣ ਪ੍ਰਚਾਰ ਦੇ ਵਿੱਚ ਸਮਾਂ ਨਹੀਂ ਮਿਲਿਆ। ਮੈਂ ਅਰਦਾਸ ਕਰਦਾ ਕਿ ਬੀਬੀ ਜੀ ਦੀ ਅਰਦਾਸ ਪੂਰੀ ਹੋ ਜਾਏ ਤੇ ਖਹਿਰਾ ਸਾਹਿਬ ਆ ਕੇ ਆਪਣੀ ਲੜਾਈ ਖੁਦ ਲੜਨ। ਦੇਖੋ ਉਹ ਕੀ ਸੋਚਦੇ ਨੇ ਔਰ ਉਹਨਾਂ ਦੀ ਕੀ ਹੈ। ਸਰ ਮੇਰਾ ਨਾ, ਮੈਂ ਤੁਹਾਨੂੰ ਫਿਰ ਦੱਸਦਾ, ਜਦ ਮੈਂ ਤਿਆਰ ਹੁੰਨਾ ਸਵੇਰੇ, ਮੈਂ ਲੜਾਈ ਵਾਸਤੇ ਤਿਆਰ ਹੁੰਨਾ। ਹਾਰ ਜਿੱਤ ਤਾਂ ਭਲੱਥ ਦੇ ਲੋਕਾਂ ਦੇ ਹੱਥ ਵਿੱਚ ਹੈ। ਮੈਨੂੰ ਆਪਣਾ ਨਿਸ਼ਾਨਾ, ਆਪਣੀ ਫਾਈਟ ਜੋ ਬਹੁਤ ਕਲੀਅਰ ਦਿਸ ਰਹੀ ਹੈ। ਬੀਬੀ ਜੀ ਰਾਣੇ ਹੋਣੀ ਹੈ, ਮੈਨੂੰ ਕੋਈ ਵੀ ਨਹੀਂ ਦਿਸਦੇ, ਨਹੀਂ ਮੈਨੂੰ ਆਪਣਾ ਨਿਸ਼ਾਨਾ ਔਰ ਆਪਣੀ ਲੜਾਈ ਦਿਖ ਰਹੀ ਹੈ। ਅੱਛਾ, ਰਾਣਾ ਗੁਰਜੀਤ ਹੋਣਾ ਦੇ ਖਿਲਾਫ ਹੀ ਤੁਸੀਂ ਪਿਛਲੇ ਦਿਨੀ ਇੱਕ ਚਿੱਠੀ ਲਿਖੀ 4 ਵਿਧਾਇਕਾਂ ਨੂੰ ਮਿਲ ਕੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਏ। ਉਹ ਇਸ ਚਿੱਠੀ ਤੇ ਤੰਜ ਕੱਸਦੇ ਨੇ, ਕਹਿੰਦੇ ਨੇ ਕਿ ਹੁਣ ਜੇਲ੍ਹ 'ਚ ਬੈਠੇ ਲੋਕ ਸਾਨੂੰ ਦੱਸਣਗੇ ਕਿ ਪਾਰਟੀ 'ਚੋਂ ਬਾਹਰ ਕੱਢਣਾ ਚਾਹੀਦਾ। ਦੇਖੋ ਚਲੋ ਠੀਕ ਹੈ, ਕੌਣ ਦੱਸਦਾ, ਇਹ ਮੈਨੂੰ ਲੱਗਦਾ ਰਾਣਾ ਜੀ ਦੇ ਅੰਦਰ ਨਾ ਅੱਜ ਪੈਸਾ ਬੋਲ ਰਿਹਾ। ਸਿੰਪਲ ਜੀ ਗੱਲ ਹੈ। ਇਹ ਤਾਂ ਆਪਣੇ ਆਪ ਨੂੰ ਰੱਬ ਦੇ ਉੱਤੇ ਬੈਠੇ ਸਮਝਣ ਲੱਗੇ। ਮੈਂ ਉਹਨਾਂ ਦੇ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰਦਾ। ਹਾਂ, ਜਿਹੜੀ ਪਾਰਟੀ ਨੇ ਉਹਨਾਂ ਨੂੰ ਦੂਜੀ ਵਾਰ ਮੰਤਰੀ ਬਣਾਇਆ, ਹਾਲਾਂਕਿ ਉਹਨਾਂ ਤੇ ਚੋਰੀ ਦੇ ਬੜੇ ਵੱਡੇ ਇਲਜ਼ਾਮ ਨੇ, ਅਕਸਰ ਚੋਰ ਕਹਿੰਦੇ ਨੇ ਉਹਨਾਂ ਨੂੰ, ਤੇ ਉਸ ਪਾਰਟੀ ਨੇ ਉਹਨਾਂ ਨੂੰ ਮਾਣ ਬਖਸ਼ਿਆ, ਦੂਜੀ ਵਾਰ ਮੰਤਰੀ ਬਣਾਇਆ। ਉਸੇ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰ ਰਹੇ ਨੇ। ਨਾਲ ਲੱਗਦੇ 2-3 ਹਲਕਿਆਂ ਵਿੱਚ ਆਪਣੀ ਇੰਟਰਫੇਰੈਂਸ, ਇੱਥੇ ਵੀ ਇਹਨਾਂ ਦਾ ਇੱਕ ਡਰਾਈਵਰ ਛੱਡਿਆ ਹੋਇਆ ਨੇ ਕੈਪਟਨ ਸਾਹਿਬ ਦੀ ਪਾਰਟੀ ਵਿੱਚ, ਸੁਲਤਾਨਪੁਰ ਲੋਧੀ ਵਿੱਚ ਆਪਣਾ ਬੇਟਾ ਛੱਡਿਆ ਹੋਇਆ। ਸੋ ਇਹਨਾਂ ਦੇ ਏਜੰਡਾ ਮੈਨੂੰ ਪਤਾ ਨਹੀਂ ਹੈ। ਇਹਨਾਂ ਹੋ ਸਕਦਾ ਕਿ ਇਹਨਾਂ ਤਾਲਮੇਲ ਕਿਸੇ ਹੋਰ ਪਾਰਟੀ ਨਾਲ ਹੋਵੇ ਤੇ ਆਪ ਵੇਟ ਕਰਦੇ ਹੋਣ। ਤੁਹਾਡੇ ਹਲਕੇ ਦੇ ਵਿੱਚੋਂ ਵੀ ਉਹਨਾਂ ਦਾ ਖਾਸਮ ਖਾਸ ਇੱਕ ਹੈਗਾ, ਉਹਦੇ ਉਤਾਰਨ ਦਾ ਕੀ ਕਾਰਨ ਸਮਝਦੇ ਹੋ? ਉਹ ਉਹਨਾਂ ਦਾ ਡਰਾਈਵਰ ਸੀਗਾ ਸ਼ਾਇਦ। ਉਹਨਾਂ ਦਾ ਕਾਰਨ ਕਿਸ ਤਰ੍ਹਾਂ ਕਿਤੇ ਸੁਖਪਾਲ ਸਿੰਘ ਖਹਿਰਾ ਨੂੰ ਕਮਜ਼ੋਰ ਕਰਨਾ ਸੀ, ਲੇਕਿਨ ਉਸ ਜਿਹੜਾ ਉਹ ਇਨਸਾਨ ਛੱਡਿਆ ਸੀ ਉਹਦਾ ਉਹ ਕੱਦ ਨਹੀਂ ਸੀਗਾ ਕਿ ਉਹ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਕਿਸੇ ਤਰ੍ਹਾਂ ਨੁਕਸਾਨ ਕਰ ਸਕੇ। ਰਾਣਾ ਗੁਰਜੀਤ ਹੋਣਾ ਦਾ ਤੁਸੀਂ ਕੱਦ ਕੀ ਮੰਨਦੇ ਹੋ ਕਿ ਇੰਨਾ ਜ਼ਿਆਦਾ ਵੱਧ ਗਿਆ? ਉਹ ਖੁੱਲਾ ਚੈਲੰਜ ਕਰਦੇ, ਹਾਈ ਕਮਾਂਡ ਨੂੰ ਵੀ ਚੈਲੰਜ ਕਰਦੇ ਨੇ ਕਿ ਮੇਰਾ ਮੁੰਡਾ ਉੱਥੇ ਇਲੈਕਸ਼ਨ ਲੜੇਗਾ। ਜੇਕਰ 4 ਵਿਧਾਇਕਾਂ ਨੇ ਚਿੱਠੀ ਲਿਖੀ ਆ ਤਾਂ ਉਹਨਾਂ ਨੂੰ ਵੀ ਚੈਲੰਜ ਕਰਦੇ, ਕਹਿੰਦੇ ਨੇ ਕਿ ਆਪਣੇ ਹਲਕੇ ਸਾਂਭਲਣ, ਨਹੀਂ ਤਾਂ ਚਾਰੇ ਮਿਲ ਕੇ ਕਹਿੰਦੇ ਮੇਰੇ ਨਾਲ ਇਕੱਠੇ ਚੋਣ ਲੜ ਕੇ ਦੇਖੋ। ਮੈਨੂੰ ਲੱਗਦਾ ਸਰ ਇਹ ਠੀਕ ਹੈ, ਉਹਨਾਂ ਦਾ ਕੱਦ ਮੈਨੂੰ ਪਤਾ ਨਹੀਂ ਕਿੰਨਾ ਕੁ ਹੈ। ਇਹ ਪੈਸਾ ਬੋਲ ਰਿਹਾ, ਹੈਂਕੜ ਬੋਲ ਰਹੀ ਹੈ, ਔਰ ਉੱਤੇ ਬੈਠਾ ਉਹਨੇ ਡਿਸਾਈਡ ਕਰਨਾ ਜੀ। ਮੈਂ ਇਹਨਾਂ ਗੱਲਾਂ 'ਚ ਪੈਂਦਾ ਨਹੀਂ। ਭਗਵੰਤ ਮਾਨ ਹੋਣਾ ਨੂੰ
ਸੀਐਮ ਦਾ ਉਮੀਦਵਾਰ ਬਣਾ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਹੋਣਾ ਦੇ ਬੜੇ ਮਤਭੇਦ ਰਹੇ ਨੇ ਭਗਵੰਤ ਮਾਨ ਹੋਣਾ ਦੇ ਨਾਲ ਵੀ। ਕੀ ਲੱਗਦਾ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਆਲ ਓਵਰ ਪੰਜਾਬ ਦੇ ਵਿੱਚ ਰਾਈਜ਼ ਕਰੂਗੀ ਭਗਵੰਤ ਮਾਨ ਦੇ ਸੀਐਮ ਫੇਸ ਹੋਣ ਦੇ ਨਾਲ? ਭਗਵੰਤ ਮਾਨ ਜੀ ਨੂੰ ਮੈਂ ਮੁਬਾਰਕਬਾਦ ਦਿੰਦਾ ਜੀ। ਉਹਨਾਂ ਨੇ ਬੜੀਆਂ ਮਿਹਨਤ ਕਰਕੇ ਬੜੇ ਸਿਆਸੀ ਲਾਸ਼ਾਂ ਦੇ ਉੱਤੇ ਖੜੇ ਹੋ ਕੇ ਅੱਜ ਉਹਨਾਂ ਨੂੰ ਸੀਐਮ ਫੇਸ ਐਲਾਨਿਆ। ਮੇਰੀ ਇਹ ਸੋਚ ਹੈ ਸਰ, ਮੇਰੀ ਪਰਸਨਲ ਸੋਚ ਹੈ। ਹੁਣ ਕਈ ਝਾੜੂ ਵਾਲੇ ਜਿਹੜੇ ਹੋਣਗੇ ਉਹ ਬਹੁਤ ਬੁਰਾ ਮਨਾਉਣਗੇ ਇਸ ਗੱਲ ਦਾ, ਬਟ ਆਈ ਡੋਂਟ ਕੇਅਰ। ਭਗਵੰਤ ਮਾਨ ਵਿੱਚ ਉਹ ਕੈਲੀਬਰ ਨਹੀਂ ਹੈ ਸਰ। ਕਿਸੇ ਨੂੰ ਇੱਕ ਸੀਐਮ ਫੇਸ ਬਣਾਉਣਾ ਮਜਬੂਰੀ ਵਿੱਚ ਉਹਨਾਂ ਨੇ ਐਲਾਨਿਆ, ਉਹ ਹੋ ਸਕਦਾ, ਬਟ ਇੱਕ ਕੈਲੀਬਰ ਸਰ, ਇੱਕ ਪੂਰੇ ਪੈਨ ਪੰਜਾਬ ਲੀਡਰ ਹੋਣਾ, ਇੱਕ ਕੈਰੈਕਟਰ ਪਰਸਨੈਲਿਟੀ ਹੁੰਦੀ ਹੈ, ਕੈਰੈਕਟਰਿਸਟਿਕਸ ਹੁੰਦੇ ਨੇ ਸੀਐਮ ਦੇ, ਉਹ ਇਹਨਾਂ ਵਿੱਚ ਲੈਕਿੰਗ ਨੇ। ਕਿੱਦਾਂ ਹੁਣ ਪੰਜਾਬ ਦੇ ਲੋਕ ਦੇਖਦੇ ਨੇ, ਇਹ ਮੇਰੀ ਪਰਸਨਲ ਰਾਏ। ਲੱਗਦਾ ਕੈਲੀਬਰ ਕਿਉਂ ਨਹੀਂ ਹੈਗਾ ਉਹਨਾਂ 'ਚ? ਇਹ ਪਿੱਛੋਂ ਹੀ ਆਉਂਦਾ ਸਰ, ਕੋਈ ਟੀਕਾ ਲਾ ਕੇ ਤੁਸੀਂ ਭਰ ਨਹੀਂ ਸਕਦੇ। ਆਈ ਡੋਂਟ ਨੋ ਕੈਲੀਬਰ। ਬੜੀ ਮਿਹਨਤ ਕੀਤੀ ਹੈ ਕੇਜਰੀਵਾਲ ਸਾਹਿਬ, ਕਹਿੰਦੇ ਨੇ ਕਿ ਬੜਾ ਬਦਲਿਆ ਭਗਵੰਤ ਮਾਨ ਨੇ, ਕਹਿੰਦੇ ਆਪਣੇ ਆਪ ਨੂੰ। ਨਹੀਂ, ਆਫ ਕੋਰਸ ਮੈਂ ਤਾਂ ਮੁਬਾਰਕਬਾਦ ਦਿੱਤੀ ਹੈ, ਬੜੀ ਮਿਹਨਤ ਕੀਤੀ ਉਹਨਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੋਲੀਟੀਕਲੀ। ਪਰ ਉਹ ਮਿਹਨਤ ਤਾਂ ਜੀ ਬਹੁਤ ਸਾਰੇ ਲੋਕ ਕਰਦੇ ਨੇ। ਹਾਰਡ ਵਰਕ ਇਜ਼ ਨਾਟ ਦੀ ਓਨਲੀ ਦਾਇਰਾ, ਐਂਡ ਮੈਨੂੰ ਆਸ ਹੈ, ਆਈ ਵਿਸ਼ ਹਿਮ ਆਲ ਦ ਬੈਸਟ। ਅੱਛਾ, ਕਾਂਗਰਸ ਪਾਰਟੀ ਦੇ ਵਿੱਚ ਵੀ ਸੀਐਮ ਚਿਹਰੇ ਨੂੰ ਲੈ ਕੇ ਬੜੀ ਚਰਚਾ ਚੱਲਦੀ ਪਈ ਹੈ। ਕੁਝ ਕਹਿੰਦੇ ਨੇ ਕਿ ਐਲਾਨ ਦੋ, ਕੁਝ ਕਹਿੰਦੇ ਨਹੀਂ ਐਲਾਨਣਾ ਚਾਹੀਦਾ, ਕੁਝ ਕਹਿੰਦੇ ਨੇ ਸੀਐਮ ਚੰਨੀ ਹੋਣਾ ਚਾਹੀਦੇ ਨੇ, ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਹੋਣਾ ਚਾਹੀਦੇ ਨੇ। ਖਹਿਰਾ ਪਰਿਵਾਰ ਕੀ ਮੰਨਦਾ ਕਿ ਕਿਹੜਾ ਸੀਐਮ ਫੇਸ ਹੋਣਾ ਚਾਹੀਦਾ, ਚੰਨੀ ਜਾਂ ਖਹਿਰਾ? ਇਹ ਸਵਾਲ ਮੈਂ ਸ਼ਾਇਦ ਨਹੀਂ ਆਨਸਰ ਕਰ ਸਕਦਾ। ਮੈਂ ਇੱਕ ਸਰ ਛੋਟਾ ਜਿਹਾ ਸੋਲਜਰ ਹੈ। ਮੈਂ ਪਿੰਡ ਜਾ ਕੇ ਆਪਣੇ ਸੱਚ ਦਾ ਜੋ ਇਜ਼ਹਾਰ ਕਰ ਰਿਹਾ, ਸਾਰਿਆਂ ਲੋਕਾਂ ਨੂੰ ਆਪਣਾ ਜਿਹੜਾ ਜੋ ਸਾਡੇ ਨਾਲ ਹੋਇਆ ਉਸ ਦਾ ਪ੍ਰਚਾਰ ਕਰ ਰਿਹਾ। ਪਾਰਟੀ ਕੀ ਡਿਸੀਜਨ ਲੈਂਦੀ ਹੈ ਉਹ ਉਸ ਤੇ ਮੈਂ ਟਿੱਪਣੀ ਨਹੀਂ ਕਰ ਸਕਦਾ। ਮੈਂ ਤਾਂ ਇੱਕ ਛੋਟਾ ਜਿਹਾ ਫਾਲੋਅਰ ਹਾਂ। ਇਹ ਮੈਂ ਸਵਾਲ ਤਾਂ ਕੀਤਾ ਕਿਉਂਕਿ ਬੜੇ ਥੋੜੇ ਸਮੇਂ ਦੇ ਵਿੱਚ ਤੁਸੀਂ ਰਾਜਨੀਤੀ ਸਿੱਖ ਗਏ ਹੋ। ਕੋਰਟ ਦੇ ਵਿੱਚ ਭਾਸ਼ਣ ਦੇਣ ਵਾਲੇ ਅੱਜ ਲੋਕਾਂ ਦੇ ਵਿੱਚ ਜ਼ਬਰਦਸਤ ਭਾਸ਼ਣ ਦੇ ਰਹੇ ਨੇ, ਤਾਂ ਕਰਕੇ ਮੈਂ ਸਵਾਲ ਕੀਤਾ। ਮੈਂ ਇਹ ਇੱਕ ਛੋਟਾ ਮੂੰਹ ਵੱਡੀ ਗੱਲ ਹੋ ਜੂਗੀ, ਇਹ ਮੈਂ ਇਸ ਗੱਲ ਤੇ ਟਿੱਪਣੀ ਨਹੀਂ ਕਰ ਸਕਦਾ। ਅਗਲੀ ਸਵਾਲ ਮੈਂ ਲਊਂਗਾ, ਕੀ ਲੱਗਦਾ ਕਿੰਨੀ ਕੁ ਲੀਡ ਦੇ ਨਾਲ ਸੁਖਪਾਲ ਸਿੰਘ ਖਹਿਰਾ ਜਿੱਤਣਗੇ ਪਲੱਥ 'ਚ? ਨਹੀਂ, ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ। ਮੈਂ ਤੁਹਾਨੂੰ ਦੱਸਿਆ ਸਰ, ਮੈਂ ਲੜਾਈ ਵਾਸਤੇ ਤਿਆਰ ਹੋ ਰਿਹਾ। ਲੀਡਾਂ ਆਉਣਗੀਆਂ 10 ਤਰੀਕ ਨੂੰ। ਮੈਂ ਜਦ ਉੱਠਦਾ ਮੈਂ ਲੜਾਈ ਵਾਸਤੇ, ਹੁਣ ਮੈਂ ਅਗਲੇ ਪਿੰਡ ਜਾ ਕੇ ਲੜਾਈ ਲੜਨੀ ਆ, ਮਤਲਬ ਹੱਥਾਪਾਈ ਨਹੀਂ, ਮਤਲਬ ਸੋਚ ਦੀ ਲੜਾਈ। ਸੋ ਇਹ ਲੀਡਾਂ ਬਾਅਦ 'ਚ ਆਉਣਗੀਆਂ ਜਦੋਂ ਆਉਣਗੇ। ਅੱਛਾ, ਇਲੈਕਸ਼ਨ ਦੇ ਵਿੱਚ ਵੀ ਥੋੜਾ ਸਮਾਂ ਰਹਿ ਗਿਆ, ਲੱਗਦਾ ਕਿ ਚੋਣਾਂ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਬਾਹਰ ਆ ਜਾਣਗੇ? ਜੇਕਰ ਆਗੇ ਤਾਂ ਇਹ ਤਾਂ ਵੈਲ ਵਿਸ਼ੇਸ਼ ਹੈਗੀ ਹੈ, ਜੇਕਰ ਨਹੀਂ ਆਏ ਤਾਂ ਕੀ ਲੱਗਦਾ ਫਿਰ ਜੇਲ੍ਹ 'ਚੋਂ ਇਲੈਕਸ਼ਨ ਲੜਨੀ ਪਊ? ਨਹੀਂ, ਮੈਂ ਇਸ ਬਾਰੇ ਸੋਚਿਆ ਨਹੀਂ ਹੈ। ਸਾਡੀ ਹਾਈ ਕੋਰਟ ਵਿੱਚ ਜਿਹੜੀ ਬਹਿਸ ਹੈ ਉਹ ਕੰਪਲੀਟ ਹੋ ਚੁੱਕੀ ਹੈ। ਜੱਜ ਸਾਹਿਬ ਨੇ ਆਰਡਰ ਰਿਜ਼ਰਵ ਕੀਤਾ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਸਾਡੇ ਜੋ ਬਹਿਸ ਦਾ ਫੈਸਲਾ ਹੋਊਗਾ ਔਰ ਅੱਛਾ ਫੈਸਲਾ ਹੋਊਗਾ। ਇਸ ਬਾਰੇ ਮੈਂ ਨੈਗੇਟਿਵਲੀ ਤਾਂ ਸੋਚ ਹੀ ਨਹੀਂ ਰਿਹਾ ਸਰ। ਠੀਕ ਹੈ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਹੈਗੇ ਨੇ, ਜਿਹੜੇ ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੈਗੇ ਨੇ। ਇਸ ਸਮੇਂ ਵੀ ਭਲਾਥ ਹਲਕੇ ਦੇ ਵਿੱਚ ਮੌਜੂਦ ਹੈਗੇ ਆ, ਜਿੱਥੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਤੇ ਉਮੀਦਾਂ ਪੂਰੀਆਂ ਨੇ ਕਿ ਇਸ ਵਾਰ ਵੱਡੀ ਜਿਹੜੀ ਜਿੱਤ ਹਾਸਲ ਕੀਤੀ ਜਾਏਗੀ। ਭਾਵੇਂ ਸੁਖਪਾਲ ਸਿੰਘ ਖਹਿਰਾ ਅਜੇ ਜੇਲ੍ਹ ਦੇ ਵਿੱਚ ਨੇ, ਪਰ ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤੇ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਵੱਡੀ ਜਿੱਤ ਹਾਸਲ ਭਲਾਥ ਦੇ ਵਿੱਚੋਂ ਕੀਤੀ ਜਾਏਗੀ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਭਲਾਥ। ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।